दोस्तों, हम आपको अक्सर समाज में अवेयरनेस के लिए, समाज में जागरूकता पैदा करने के लिए, समाज की सोच बदलने के लिए कुछ ना कुछ दिखाते रहते हैं। हम आज़ाद देश में रहते हैं। सभी जो भी हमारे देश के नागरिक, हम एक दूसरे के भाई बहन हैं, एक देश में रहते हैं और देश के बारे में सोचना चाहिए। और यही देशभक्ति होती है जब हम आपके देश के बारे में सोचते हैं। लेकिन जहाँ पर सबसे बड़ी प्रॉब्लम ये है कि देश की तो बात बहुत दूर की है, पड़ोसी को लाइक नहीं करता। परिवार में जितने भी लोग हैं हमारे, एक दूसरे द्वेष खाते हैं, एक दूसरे को अच्छा नहीं समझते। बहुत हमारी सोच बदल चुकी है, बहुत सोच गिर चुकी है। तो मेरे साथ आज झंडू साहब बैठे हैं, दलजिंदर सिंह झंडू जी, जहाँ पर ये बचपन से ही रह रहे हैं। जब सिविल लाइन बना नहीं था तब से इनका ये घर है और इस एरिया में ये झंडू चौक का नाम से इनके परिवार के नाम से रखा हुआ है। तो इनका आज से 1947 से पहले सिलाई मशीनों वगैरह का काम था, यहीं पर ढलाई वगैरह करते थे, तैयार करते थे। लेकिन आज ये जहाँ पर हैं और इस इलाके में रह रहे हैं, तो कुछ दिन पहले इनका किसी न किसी पड़ोसी से या कहीं मोहल्ले में झगड़ा वगैरह हो गया। तो इन्होंने कहा कि मैं तो सच्चाई पर खड़ा हूँ, मेरा क्या कसूर है, मैं अपनी बेटियों के साथ मैं अकेला रहता हूँ। और इन्होंने कंप्लेंट थाने में दी, ये सोचकर कि मैं एजुकेटेड पर्सन हूँ, मेरे को न्याय मिलेगा। हमारे हिंदुस्तान में न्याय किसको मिलता है, कब मिलता है, और जो कंप्लेंट करता है उसे न्याय मिलता है या नहीं मिलता है? ये तो झंडू साहब, दलजिंदर सिंह की यही स्टोरी आपको बता देगी कि हमारे देश के जो नौजवान हैं, जो बच्चे हैं, +2 के बच्चे होते हैं, 17-18 साल की उम्र होती है, ये देश छोड़ के चले जाते हैं। कितनी बड़ी त्रासदी है ये हमारे देश में कि छोटे छोटे बच्चे जो हैं, जिनकी टीन एज है 18 साल के, 17 साल के, कहते हैं हमें कहीं दूसरे देश में जाना है। ये देश अच्छा नहीं है। दलजिंदर जी, ਆਪਾਂ ਕਿਸੇ ਨਾਂ ਤਾਂ ਨਹੀਂ ਲਵਾਂਗੇ। ਤੁਸੀਂ ਜਿਹੜਾ ਤੁਹਾਡੇ ਘਰ 'ਤੇ ਅਟੈਕ ਹੋਇਆ, ਤੁਹਾਡੇ ਹੈਂਡਲ ਵਗੈਰਾ ਪਾਉਂਦੇ 4-5 ਬੰਦੇ ਨੇ ਆ ਕੇ, 10 ਬੰਦੇ ਨੇ ਜਿਹਨੇ ਹਮਲਾ ਕੀਤਾ, ਤੁਸੀਂ ਆਪ ਦੱਸੋ ਕੀ ਗੱਲ ਹੋਈ ਸੀਗੀ ਅਤੇ ਨਿਆਂ ਤੁਹਾਨੂੰ ਕਿਉਂ ਨਹੀਂ ਮਿਲ ਰਿਹਾ? ਸਾਰੀ ਸਟੋਰੀ ਇੱਕ ਥੋੜ੍ਹਾ ਦੱਸੋ 10 ਮਿੰਟ ਦੇ ਵਿੱਚ। ਐਕਚੁਅਲੀ ਕੀ ਹੋਇਆ ਸੀਗਾ ਜੀ, ਅਸੀਂ ਤਾਂ ਇੱਥੇ ਬਹੁਤ ਪੁਰਾਣੇ ਰਹਿੰਦੇ ਹਾਂ। 2004-05 ਦੇ ਵਿੱਚ ਸੜਕੋਂ ਪਾਰ ਸਾਹਮਣੇ ਇੱਕ ਕਾਰਾਂ ਦਾ ਗੈਰੇਜ ਖੁੱਲ੍ਹਿਆ, ਗਰੋਵਰ ਮੋਟਰ ਨਾਮ ਦਾ, ਅਤੇ ਉਹ ਸਾਰਾ ਕੰਮ ਪਟੜੀ 'ਤੇ ਹੀ ਕਰਨ ਲੱਗ ਗਿਆ ਜੀ। ਬੱਚੇ ਮੇਰੇ ਬੜੇ ਛੋਟੇ ਸੀਗੇ ਅਤੇ ਰਸ਼ ਬੜਾ ਰਹਿਣ ਲੱਗ ਗਿਆ, ਅਤੇ ਮੈਂ ਉਹਨਾਂ ਨੂੰ ਬੜੀ ਬੇਨਤੀ ਕੀਤੀ। 2004-05 ਤੋਂ ਮੈਂ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਆਪਣਾ ਕੰਮ ਅੰਦਰ ਕਰੋ, ਖੁੱਲ੍ਹ ਕੇ ਕਰੋ, ਜਿੰਨਾ ਮਰਜ਼ੀ ਕਰੋ ਜੀ। ਉਹ ਇਹ ਜਿੱਦ ਵਿੱਚ ਆ ਗਏ, ਫਿਰ ਮੇਰੇ ਨਾਲ ਜ਼ਿਆਦਾ ਖੁੰਦਕ ਰੱਖਣ ਲੱਗ ਗਏ ਅਤੇ ਤਰ੍ਹਾਂ ਦੇ ਬੰਦੇ ਕਢਾਉਣ ਲੱਗ ਗਏ ਬਾਹਰ। ਅਤੇ ਅਸੀਂ ਵੀ ਚਲੋ ਬਿਜ਼ੀ ਰਹੇ, ਕੰਮ ਕਾਰ 'ਚ ਬਿਜ਼ੀ ਹੁੰਦੇ ਸੀਗੇ, ਬੱਚਿਆਂ ਦੀ ਪੜ੍ਹਾਈ ਸੀਗੀ, ਜੋੜ ਸੀ। ਆਉਣਾ ਜਾਣਾ ਇਹਨਾਂ ਨੇ ਸਾਡਾ ਇੰਨਾ ਦੁੱਬਰ ਕਰਤਾ, ਅਸੀਂ ਇੱਧਰਲਾ ਦਰਵਾਜ਼ਾ ਬੰਦ ਕਰਤਾ, ਸਾਈਡ ਡੋਰ, ਆਉਣਾ ਜਾਣਾ ਹੀ ਬੰਦ ਕਰਤਾ। ਤਰ੍ਹਾਂ ਦੇ ਇਹਨਾਂ ਕੋਲ ਬੈਡ ਐਲੀਮੈਂਟ ਖੜ੍ਹਦੇ ਸੀਗੇ, ਹੋਰ ਹੀ ਤਰ੍ਹਾਂ ਝਾਕਦੇ ਸੀ, ਉੱਚੀ ਬੋਲਦੇ ਸੀ, ਬੜਾ ਉੱਚਾ ਹਾਸਾ। ਅਸੀਂ ਬੜਾ ਇਗਨੋਰ ਕੀਤਾ ਜੀ। ਚਲੋ ਬੱਚਿਆਂ ਦੀਆਂ ਸ਼ਾਦੀਆਂ ਹੋ ਗਈਆਂ, ਸਭ ਕੁਝ ਹੋ ਗਿਆ, ਅਤੇ ਕੱਢਦੇ ਰਹੇ ਅਸੀਂ ਟਾਈਮ। ਅਤੇ ਮੈਂ ਇਹਨਾਂ ਨੂੰ ਬੜਾ ਕਿਹਾ, ਮੁਹੱਲੇ ਵਾਲਿਆਂ ਨੂੰ ਲੈ ਕੇ ਇਕੱਠੇ ਹੋ ਕੇ, ਮੈਂ ਕਿਹਾ ਜੀ ਤੁਸੀਂ ਆਪਣਾ ਕੰਮ ਅੰਦਰ ਕਰੋ, ਜਿੰਨਾ ਮਰਜ਼ੀ ਖੁੱਲ੍ਹ ਕੇ ਕੰਮ ਕਰੋ, ਸਾਰੀ ਦੁਨੀਆ ਕਰਦੀ ਆ। ਕਸਟਮਰ ਆਪਣੇ ਅੰਦਰ ਬਿਠਾਓ, ਵੇਟਿੰਗ ਰੂਮ ਬਣਾਓ ਅੰਦਰ, ਕੋਈ ਅਸਰ ਨਹੀਂ ਜੀ, ਇੱਕ ਨਿੱਕੇ ਪੈਸੇ ਦਾ ਅਸਰ ਨਹੀਂ ਜੀ। ਉਸ ਤੋਂ ਬਾਅਦ ਇਹਨਾਂ ਨੇ ਮੁਹੱਲੇ ਦੇ ਵਿੱਚ ਮੈਨੂੰ ਇਹ ਵੀ ਕਿਹਾ, 4-6 ਬੰਦੇ ਦੇ ਸਾਹਮਣੇ, ਮੈਂ ਤਾਂ ਜੀ ਹੱਥ ਜੋੜ ਥੱਕ ਗਿਆ ਇਹਨਾਂ ਦੇ ਮੂਹਰੇ। 4-6 ਬੰਦਿਆਂ ਦੇ ਸਾਹਮਣੇ ਨੇ ਇਹ ਵੀ ਕਿਹਾ ਵੀ ਸਾਨੂੰ 2017 ਦੇ ਵਿੱਚ ਇਹਨਾਂ ਨੇ ਕਿਹਾ ਵੀ 1 ਸਾਲ ਦਾ ਸਾਨੂੰ ਟਾਈਮ ਦੇ ਦਿਓ, ਅਸੀਂ ਬਾਹਰ ਹੀ ਲੈ ਜਾਣਾ ਸਭ ਕੁਛ। ਮੈਂ ਕਿਹਾ ਜੀ ਤੁਸੀਂ ਬਾਹਰ ਨਾ ਲੈ ਕੇ ਜਾਓ, ਜਾਣਾ ਤੁਸੀਂ ਬੜੀ ਖੁਸ਼ੀ ਨਾਲ ਜਾਓ, ਕਿਉਂਕਿ ਕੰਮ ਤੁਹਾਡਾ ਬਹੁਤ ਵੱਧ ਗਿਆ ਅਤੇ ਤੁਹਾਨੂੰ ਜਗ੍ਹਾ ਖੁੱਲ੍ਹੀ ਦੀ ਲੋੜ ਆ ਜੀ। ਅਤੇ ਇੱਥੇ ਵੀ ਤੁਸੀਂ ਕੰਮ ਚਲਾਓ, ਪਰ ਆਪਣੇ ਪ੍ਰਿੰਸਿਪਲ ਦੇ ਅੰਦਰ ਚਲਾਓ, ਲੋਕਾਂ ਨੂੰ ਪਰੇਸ਼ਾਨ ਨਾ ਕਰੋ ਬਿਲਕੁਲ ਵੀ। ਸਾਨੂੰ ਕਿੰਨੀ ਪਰੇਸ਼ਾਨੀ ਹੈ ਜਦੋਂ ਦਰਵਾਜ਼ਾ ਖੋਲ੍ਹਦੇ ਆ, ਬੱਚੇ ਆਉਂਦੇ ਜਾਂਦੇ ਆ, ਰਿਸ਼ਤੇਦਾਰ ਸਾਡੇ ਆਉਂਦੇ ਜਾਂਦੇ ਆ, ਬੜੀ ਦਿੱਕਤ ਰਹੀ ਜੀ। ਅਤੇ ਸਾਲ ਦਾ ਇਹਨਾਂ ਨੇ ਟਾਈਮ ਲੈ ਲਿਆ ਜੀ। ਅਤੇ ਉਸ ਤੋਂ ਬਾਅਦ 2020 ਦੇ ਵਿੱਚ ਵੀ ਇਹ 2-3 ਸਾਲ ਇਹਨਾਂ ਦਾ ਕੋਈ ਅਸਰ ਨਹੀਂ ਰਿਹਾ ਜੀ, ਸਾਨੂੰ ਜ਼ਿਆਦਾ ਪਰੇਸ਼ਾਨ ਕਰਨ ਲੱਗ ਗਏ। 2019 ਦੇ ਵਿੱਚ ਇੱਕ ਜ਼ਿਆਦਾ ਸ਼ਰਮੇ ਤੁਸੀਂ ਬਣਾ ਕੇ ਗਏ ਸੀਗੇ, ਸ਼ੀਸ਼ਾ ਤੋੜਤਾ ਸੀ, ਰਾਤ ਨੂੰ ਨਾਈਟ ਅਟੈਕ ਕੀਤਾ ਸੀ ਇਹਨਾਂ ਨੇ। ਚਲੋ ਨਾਈਟ ਅਟੈਕ ਤੋਂ ਬਾਅਦ ਫਿਰ ਤੁਹਾਡੇ ਹੋਰ ਜਾਣੀ ਕਿ ਪਿੱਛੇ ਜਿਹੜਾ ਬਾਅਦ ਸੈਕਿੰਡ ਅਟੈਕ ਜਿਹੜਾ ਤੁਹਾਡਾ ਹੋਇਆ, ਉਹਦੇ ਬਾਰੇ ਦੱਸੋ ਆਪਾਂ। ਉਹਦੇ ਬਾਰੇ ਜੀ ਫਿਰ ਮੈਂ ਆਪਣੇ ਪੋਲਿਊਸ਼ਨ ਬੋਰਡ ਨੂੰ ਸ਼ਿਕਾਇਤ ਕਰਤੀ ਵੀ ਵਿਦਆਊਟ ਐਨੀ ਇਹ ਪੋਲਿਊਸ਼ਨ ਨੋਰਮਸ, ਕੋਈ ਵੀ ਇਹਨਾਂ ਕੋਲ ਹੈ ਨਹੀਂ ਗਾ, ਕੋਈ ਸਰਟੀਫਿਕੇਟ ਨਹੀਂ, ਅਤੇ ਕੰਮ ਇਹ ਚਲਾ ਰਹੇ ਆ। 1.5 ਸਾਲ ਇੱਦਾਂ ਚੱਲਦੀ ਰਹੀ ਦਰਖਾਸਤ। ਉਹ ਮੈਂ ਤਾਂ ਭੁੱਲ ਭੁਲਾ ਗਿਆ। ਉਹ 18 ਜੂਨ ਨੂੰ ਆ ਕੇ ਲਾਈਟ ਕੱਟ ਗਏ ਇਹਨਾਂ ਦੀ ਜੀ, ਲਾਈਟ ਕੱਟ ਗਏ ਤਾਂ ਇਹਨਾਂ ਨੇ ਸ਼ਾਮ ਨੂੰ ਇਕੱਠ ਕਰ ਲਿਆ ਇੱਥੇ ਬਹੁਤ ਜ਼ਿਆਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਅਤੇ 15-20 ਬੰਦੇ ਇੱਥੇ ਮੇਰੇ ਦਰਵਾਜ਼ਾ ਭੰਨਣ ਲੱਗ ਗਏ, ਆ ਕੇ ਕਹਿੰਦੇ ਬਾਹਰ ਨਿਕਲ, ਬੜਕਾਂ ਮਾਰਨ ਲੱਗ ਗਏ ਜੀ।
ਮੈਂ ਦਰਵਾਜ਼ਾ ਖੋਲ੍ਹਿਆ, ਮੈਂ ਭਾਈ ਕੀ ਗੱਲ ਹੋ ਗਈ ਦੱਸੋ ਤੁਸੀਂ, ਆਪਾਂ ਆਪ ਬੈਠ ਕੇ ਆਰਾਮ ਨਾਲ ਅੰਦਰ ਗੱਲ ਕਰ ਲੈਂਦੇ ਹਾਂ। ਮੈਨੂੰ ਬਾਹੋਂ ਫੜ ਕੇ ਬਾਹਰ ਖਿੱਚਣ ਲੱਗੇ, ਕਹਿੰਦਾ ਤੂੰ ਬਾਹਰ ਆ, ਤੈਨੂੰ ਦੱਸਦੇ ਆ ਪਤਾ, ਗੰਦੀਆਂ ਗਾਲਾਂ ਕੱਢ, ਤੂੰ ਸਾਡੀ ਲਾਈਟ ਕਟਾਤੀ, ਤੈਨੂੰ ਇਹੋ ਜਿਹਾ ਕਰ ਦਾਂਗੇ, ਇਹ ਕਰ ਦਾਂਗੇ, ਅਸੀਂ ਤੈਨੂੰ ਇੱਥੇ ਜੀਣ ਜੋਗਾ ਨਹੀਂ ਛੱਡਣਾ। ਗੰਦੀਆਂ ਗਾਲਾਂ ਵੀ ਕੱਢੀਆਂ ਜੋ ਕਿ ਕੈਮਰੇ ਤੇ ਦੱਸਣ ਯੋਗ ਨਹੀਂ ਹੈ ਜੀ। ਉਸ ਤੋਂ ਬਾਅਦ ਮੈਂ ਪੁਲਿਸ 'ਚ ਦਰਖਾਸਤ ਦੇ ਦਿੱਤੀ ਉਸੇ ਰਾਤ ਹੀ, ਤੇ ਇਹਨਾਂ ਨੇ ਕਨੈਕਸ਼ਨ ਇਹਨਾਂ ਦਾ ਜੁੜ ਗਿਆ ਜੀ। ਕਨੈਕਸ਼ਨ ਇਹਨਾਂ ਚਲੋ ਕਹਿ ਖਵਾ ਕੇ ਜਾਂ ਜੋ ਵੀ ਸੀ, ਅਸੀਂ ਸਾਡਾ ਕਨੈਕਸ਼ਨ ਨਾਲ ਕੋਈ ਤਲਕ ਹੀ ਨਹੀਂ ਹੈ ਜੀ, ਵੀ ਇਹਨਾਂ ਦਾ ਕੰਮ ਤਾਂ ਅਸੀਂ ਕੋਈ ਬੰਦ ਕਰਾਉਣਾ ਹੀ ਨਹੀਂ ਸੀਗਾ ਜੀ। ਤੇ ਉਸ ਤੋਂ ਬਾਅਦ ਦਰਖਾਸਤ ਚੱਲਦੀ ਹੈ ਜੀ, 4-5 ਮਹੀਨੇ ਹੋ ਗਏ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਕੋਈ ਕੁਛ ਨਹੀਂ ਹੋਇਆ। ਦੁਬਾਰਾ ਫਿਰ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਦੇ ਪੇਸ਼ ਹੋਇਆ ਸੀਗਾ, ਉਹਨਾਂ ਨੇ ਇਨਕੁਆਇਰੀ ਲਾਤੀ 8/9 ਨੂੰ ਲਾਈ ਹੈ ਜੀ, 8/9/2021 ਨੂੰ, ਉਹਦਾ ਵੀ ਹਜੇ ਕੁਛ ਨਹੀਂ ਹੋਇਆ, ਵਿਚਾਲੇ ਪਿਆ ਸਭ ਕੁਛ। ਤੇ ਪੁਲਿਸ ਵਾਲੇ ਕਹਿੰਦੇ ਕੀ ਆ, ਕੀ ਤੁਹਾਨੂੰ ਜਵਾਬ ਮਿਲਦਾ ਹੈਗਾ ਉੱਥੇ ਜਾ ਕੇ? ਬਸ ਉਹ ਇੱਦਾਂ ਹੀ ਹੈ ਜੀ, ਉਹ ਕਹਿੰਦੇ ਕੋਈ ਨਹੀਂ, ਕਰਦੇ ਆ, ਦੇਖਦੇ ਆ, ਬਿਆਨ ਸਾਡੀ ਇਨਕੁਆਇਰੀ ਪੂਰੀ ਹੋ ਲੈਣ ਦਿਓ, ਫਿਰ ਅਸੀਂ ਉਹਨਾਂ ਨੂੰ ਬੁਲਾਵਾਂਗੇ, ਫਿਰ ਗੱਲ ਕਰਾਂਗੇ। ਤੇ ਕੁਛ ਵਧੀਆ ਜਵਾਬ ਹੈ ਨਹੀਂ ਗਾ ਸ਼ਰਮਾ ਜੀ ਉੱਥੇ। ਤੇ ਤੁਸੀਂ ਕੀ ਸੋਚਦੇ ਜੇ ਪੰਗਾ ਲੈਣਾ ਕੋਈ ਚੰਗੀ ਗੱਲ ਹੈ? ਜਿਹੜੇ ਪੰਗਾ ਆਪਾਂ ਲਿਆ, ਤੁਸੀਂ ਗਲਤੀ ਕੀਤੀ ਇਹਦੇ ਵਿੱਚ ਵੀ ਪੰਗਾ ਲੈ ਲਿਆ, ਸੁਣਵਾਈ ਤਾਂ ਹੁੰਦੀ ਨਹੀਂ, ਤੁਸੀਂ ਕਿਸ ਜਾਣੀ ਕਿ ਬੇਸ ਦੇ ਉੱਤੇ ਪੰਗਾ ਲਿਆ ਵੀ ਜਦ ਕੋਈ ਸੁਣਵਾਈ ਨਹੀਂ ਹੈਗੀ, ਤੁਸੀਂ ਇਕੱਲੇ ਇੱਥੇ ਰਹਿੰਦੇ ਹੈਗੇ, ਕੀ ਸੋਚ ਕੇ ਤੁਸੀਂ ਪੰਗਾ ਲਿਆ ਵੀ ਤੁਹਾਡੀ ਸਿਕਿਉਰਿਟੀ ਪੁਲਿਸ ਕਰੂਗੀ ਜਾਂ ਤੁਹਾਡੇ ਕੋਈ ਦੇਸ਼ ਦੇ ਤੁਹਾਡੇ ਜਿਹੜੇ ਬੰਦੇ ਹੈਗੇ ਆਪਣਾ ਕੰਟਰੀ ਦੇ ਜਿਹੜੇ ਕਾਨੂੰਨ ਆ ਉਹ ਰੱਖਿਆ ਕਰਨਗੇ? ਕਿਸ ਸੋਚ ਕੇ ਵੀ ਬੰਦੇ ਨੂੰ ਪੰਗਾ ਲੈਣਾ ਚਾਹੀਦਾ ਕਿ ਨਹੀਂ ਚਾਹੀਦਾ? ਦੇਖੋ ਜੀ, ਕਾਨੂੰਨ ਤਾਂ ਹੈ, ਕਾਨੂੰਨ ਜਿਹੜਾ ਹੈਗਾ ਉਹ ਲਾ ਬ੍ਰੇਕਰ ਜਿਹੜੇ ਕਾਨੂੰਨ ਨੂੰ ਤੋੜਦੇ ਆ, ਲਾ ਬ੍ਰੇਕਰ ਆ, ਉਹਨਾਂ ਵਾਸਤੇ ਅੱਜ ਕੱਲ੍ਹ ਇਨਫੋਰਸ ਨਹੀਂ ਹੋ ਰਿਹਾ ਜਿੱਦਾਂ ਕਿ ਹੋਣਾ ਚਾਹੀਦਾ ਸੀਗਾ ਜੀ। ਤੇ ਅਸੀਂ ਤਾਂ ਲਾ ਅਬਾਈਡਿੰਗ ਸਿਟੀਜ਼ਨ ਹੈ ਜੀ, ਸਾਡਾ ਤਾਂ ਰਾਈਟ ਬਣਦਾ ਜੀ। ਹੁਣ ਦੇਖੋ ਨਾ, ਸਾਡੇ ਘਰ ਦੇ ਸਾਹਮਣੇ ਗਲਤ ਕੰਮ ਹੋ ਰਿਹਾ ਜਾਂ ਹੋਰ, ਉਹ ਤਾਂ ਅਸੀਂ ਉਹਨੂੰ ਤਾਂ ਨੈਚੁਰਲੀ ਅਸੀਂ ਕਹਾਂਗੇ ਜੀ ਵੀ ਇਹ ਕੰਮ ਭਾਈ ਤੂੰ ਨਾ ਕਰ। ਅੱਗੇ ਉਹ ਗੁੰਡਾਗਰਦੀ ਕਰਦਾ, ਇਹ ਤਾਂ ਐਡਮਿਨਿਸਟ੍ਰੇਸ਼ਨ। ਇਹ ਮੇਰਾ ਖਿਆਲ ਹੈ ਤੁਹਾਡੀ ਬਹੁਤ ਸਭ ਤੋਂ ਵੱਡੀ ਗਲਤੀ ਸੀਗੀ, ਤੁਸੀਂ ਜਿਹੜੇ ਸੜਕ ਜਿਹੜੇ ਤੁਹਾਡੀ ਬਣ ਰਹੀ ਸੀਗੀ, ਤੁਸੀਂ ਸਰਕਾਰ ਨਾਲ ਪੰਗਾ ਲਿਆ, ਤੁਹਾਡਾ ਘਰ ਨੀਵਾਂ ਹੋ ਰਿਹਾ, ਸੜਕ ਉੱਚੀ ਹੋ ਗਈ ਸੀਗੀ, ਤੇ ਹਾਈ ਕੋਰਟ ਤੱਕ ਤੁਸੀਂ ਲੜ ਕੇ ਉਹ ਸੜਕ ਸਾੜੀ ਨੀਵੀਂ ਕਰਵਾ ਲਈ, ਉਹਦਾ ਸਰਕਾਰ ਨਾਲ ਪੰਗਾ ਸੀਗਾ, ਉਹ ਤੁਸੀਂ ਹੱਲ ਕਰਵਾ ਲਿਆ, ਤੁਸੀਂ ਜਿੱਤ ਵੀ ਹਾਸਲ ਕੀਤੀ। ਪਰ ਜਿਹੜਾ ਪ੍ਰਾਈਵੇਟ ਪੰਗਾ ਸੀ, ਇਹਦੇ ਵਿੱਚ ਜਾਣੀ ਕਿ ਤੁਹਾਡੀ ਪਿੱਠ ਹੀ ਲੱਗਦੀ ਦਿਸਦੀ ਹੈ ਮੈਨੂੰ, ਕਿ ਸੁਣਵਾਈ ਨਹੀਂ ਹੋ ਰਹੀ। ਤੇ ਜਾਣੀ ਕਿ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਉਹਨੇ ਦੱਸੋ ਵੀ ਪਿੱਠ ਜਿਹੜੀ ਕਿਉਂ ਲੱਗਦੀ ਹੈਗੀ, ਕੀ ਸੁਣਵਾਈ ਕਿਉਂ ਨਹੀਂ ਹੁੰਦੀ ਹੈਗੀ? ਦੇਖੋ ਇਹ ਦੋ ਤਰੀਕੇ ਆ, ਜਾਂ ਤਾਂ ਗਲਤ ਕੰਮ ਹੋਈ ਜਾਵੇ ਤੁਸੀਂ ਅੱਖਾਂ ਮੀਚ ਲਓ, ਠੀਕ ਆ, ਜੇ ਦੂਜਾ ਤੁਸੀਂ ਅਪੋਜ਼ ਕਰਦੇ ਆ, ਤੇ ਆਪਾਂ ਅਪੋਜ਼ ਇਸ ਕਰਕੇ ਕਰਦੇ ਆ ਵੀ ਕਾਨੂੰਨ ਸਾਡਾ ਸਾਥ ਦੇਗਾ। ਹਾਂ, ਉੱਥੋਂ ਕੋਈ ਉਮੀਦ ਨਹੀਂ ਹੈ ਜੀ, ਉਹ ਇੰਨਾ ਡਿਲੇ ਕਰ ਦਿੰਦੇ, ਚੱਕਰ ਮਾਰ ਕੇ ਬੰਦੇ ਦਾ ਬਸ ਹੋ ਜਾਂਦੀ ਹੈ ਜੀ, ਬੰਦੇ ਦਾ ਦਿਲ ਹੀ टूट जाता है। देखिए, बात ये है कि कहते हैं कि आम आदमी जो कि कानून को जाने के समझता है मेरे को उससे न्याय मिलेगा, और गलत बात को गलत कहता है प्राइवेट आदमी के बारे। लेकिन प्राइवेट आदमी भी कहता है मैं किसी से कम नहीं हूँ, उसके भी अप्रोच लीडरों के साथ है, प्रधानों के साथ है। और जब ये कहते हैं, जब मैं किसी थाने में जाता था अपने विचार स्टेटमेंट लिखवाने के लिए, तो वहाँ पर क्या होता था हमारे स्टेटमेंट में, कहते हैं प्रधान को सीढ़ी देते थे, जो लीडर आते थे तो कहते तो आपको खड़ा रखते थे। ये बताओ। ਨਹੀਂ, ਯੂਜ਼ਲੀ ਅਸੀਂ ਇਹ ਦੇਖਿਆ ਹੈਗਾ ਵੀ ਜਿਹੜਾ ਇਸ ਮੈਟਰ ਦੇ ਤਾਂ ਵਿੱਚ ਨਹੀਂ ਮੈਂ ਗਿਆ ਹਜੇ, ਸੀਨੀਅਰ ਆਫੀਸਰਸ ਨੂੰ ਮੈਂ ਮਿਲਿਆ। ਯੂਜ਼ਲੀ ਜਿਹੜੇ ਪੁਲਿਸ ਸਟੇਸ਼ਨ ਦਾ ਸਾਡਾ ਐਕਸਪੀਰੀਅੰਸ ਹੈ, ਮੈਂ ਟਰਾਂਸਪੋਰਟ ਦਾ ਕੰਮ ਕੀਤਾ ਪਹਿਲਾਂ, ਤੇ ਸਾਡਾ ਥੋੜਾ ਬਹੁਤਾ ਚਲੋ ਆਉਣਾ ਜਾਣਾ, ਕਿਸੇ ਨਾ ਕਿਸੇ ਮਾਮਲੇ 'ਚ ਕੋਈ ਐਕਸੀਡੈਂਟ ਹੋ ਗਿਆ ਹੋਰ ਲੱਗਿਆ ਰਹਿੰਦਾ ਸੀਗਾ। ਉਹ ਸ਼ਰੀਫ ਆਦਮੀ ਦਾ ਉੱਥੇ ਕੋਈ ਪੁੱਛਦਾ ਨਹੀਂ ਜੀ। ਹੋਰ ਜਿਹੜੇ ਬੰਦੇ ਪ੍ਰੋਫੈਸ਼ਨਲ ਆ ਇਹਨਾਂ ਕੋਲ, ਉਹਨਾਂ ਨੂੰ ਕਹਿੰਦੇ ਪ੍ਰਧਾਨ ਜੀ ਆਓ ਜੀ ਬੈਠੋ ਕੁਰਸੀ ਦਿਓ। ਉਹ ਬੰਦਾ ਜਿਹੜਾ ਸ਼ਰੀਫ ਬੰਦਾ ਵਾ, ਜਿਹੜਾ ਕਦੇ ਥਾਣੇ ਨਹੀਂ ਗਿਆ, ਉਹ ਇੰਨਾ ਕੁ ਅੰਦਰੋਂ ਅੰਦਰੀ ਇੰਨਾ ਹਲਕਾ ਹੋ ਜਾਂਦਾ, ਉਹ ਆਪਣੀ ਗੱਲ ਹੀ ਨਹੀਂ ਕਹਿ ਸਕਦਾ, ਉਹ ਚੁੱਪ ਕਰਕੇ ਵਾਪਸ ਆ ਜਾਂਦਾ ਕਈ ਵਾਰੀ, ਕਹਿੰਦਾ ਚਲੋ ਛੱਡੋ ਯਾਰ, ਪਿੱਛੇ ਛੱਡ ਦਿਓ। आम आदमी के लिए कोई कानून नहीं है, कोई सुनवाई नहीं है, और जो इन्फ्लुएंस है इनके पास, जो प्रधान है, जो पावर रखते हैं, उन्हीं की सुनवाई होती है। ये हमारे देश का कानून है, ये देश की हमारी राजनीति है। ਹੁਣ ਇਹ ਵੀ ਇਹੀ ਕਹਿੰਦੇ ਆ ਵੀ ਸਾਡੇ ਕੋਲ ਪੋਲੀਟੀਕਲ ਬੰਦੇ ਆ ਜੀ, ਸਾਡੇ ਕੋਲ ਗੁੰਡੇ ਬੜੇ ਆ, ਤੂੰ ਸਾਡਾ ਕੀ ਕਰ ਲੇਗਾ, ਸਾਡੇ ਕੋਲ ਪੈਸਾ ਵਾ, ਅਸੀਂ ਪੈਸਾ ਖਰਚ ਦਾਂਗੇ। ਬਿਲਕੁਲ ਗੱਲ ਸਹੀ ਕਰ ਰਹੇ ਨੇ, ਪਰ ਤੁਸੀਂ ਜਿਹੜੀ ਕਾਨੂੰਨੀ ਲੜਾਈ ਲੜ ਰਹੇ ਹੋ, ਤੁਸੀਂ ਲੜ ਰਹੇ ਹੈਗੇ ਹੋ, ਪਰ ਜਿੱਤ ਜੇ ਤੁਹਾਡੀ ਨਹੀਂ ਹੋਈ ਹੈਗੀ, ਕਿਉਂਕਿ ਜਿੱਤ ਉਹਨਾਂ ਦੀ ਦਿਸਦੀ ਪਈ ਹੈ, ਕਿਉਂਕਿ ਕਾਨੂੰਨ ਜਿਹੜਾ ਹੈਗਾ ਵਾ ਉਹ ਤਾਂ ਆਪਣੀ ਕਾਰਵਾਈ ਕਰੀ ਜਾ ਰਿਹਾ, ਪਰ ਜਿਹੜੇ ਅਫਸਰ ਲੋਕ ਨੇ ਜਾਂ ਜਿਹੜੇ ਪੋਲੀਟੀਕਲ ਲੋਕ ਨੇ, ਉਹਨਾਂ ਦੇ ਪ੍ਰੈਸ਼ਰ ਥੱਲੇ ਤੁਹਾਡੀ ਅਜੇ ਕੋਈ ਸੁਣਵਾਈ ਨਹੀਂ ਹੋ ਰਹੀ, ਤੇ डिले हो रही है। जस्टिस डिले, जस्टिस डिनाई। तो जब डिले होती है तो डिनाई का मतलब है कि आपकी सुनवाई नहीं है। हिंदुस्तान में जाने के पावरफुल जो मसल मैन है उनके रोब चलता है, आम आदमी ज़िंदगी जहाँ पर कोई नहीं है। तभी बच्चे जो बाहर हैं, कनेडा जा रहे हैं, न्यूजीलैंड जा रहे हैं, USA जा रहे हैं। क्यों देश छोड़ रहे हैं? इसलिए छोड़ रहे हैं कि जहाँ पर कोई कानून नहीं, कोई सुनवाई नहीं, कोई रोज़गार नहीं। देखो जी, ना तो साडे कंट्री ਦੇ ਵਿੱਚ ਬੱਚਿਆਂ ਲਈ ਪੜ੍ਹਾਈ ਆ, ਹਾਂਜੀ, ਨਾ ਜਵਾਨ ਲਈ ਕਮਾਈ ਆ।
ਨਾ ਬਜ਼ੁਰਗਾਂ ਵਾਸਤੇ ਦਵਾਈ ਆ। ਸੋਸ਼ਲ ਸਿਕਿਉਰਿਟੀ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੈ ਜੀ। ਹੁਣ ਸਾਡੇ ਨਾਲ ਦੇਖ ਲਓ ਕੀ ਹੋਇਆ ਜੀ। ਹੁਣ ਮੈਨੂੰ ਦਿੰਦਾ ਵੀ ਜੇ ਇਹ ਨਾ ਕੰਮ ਹੱਲ ਹੋਇਆ ਤੇ ਮੈਨੂੰ ਬਾਈ ਕੋਰਟ FIR ਲੌਜ ਕਰਾਉਣੀ ਪੈਣੀ ਹੈ ਜੀ, ਕਿਉਂਕਿ ਸਾਡੀ ਤਾਂ ਇੱਥੇ ਸਮਾਜ 'ਚ ਇੱਜ਼ਤ ਆ ਜੀ, ਬਹੁਤ ਪੁਰਾਣੇ ਰਹਿੰਦੇ ਆ ਜੀ। ਸਾਡਾ ਜੋ ਮਰਜ਼ੀ ਹੋ ਜਾਵੇ ਤੇ ਸਾਨੂੰ ਇਹਨੂੰ ਪਰਸੂ करना ही पैना मैटर ਨੂੰ। और देखिए ये कह रहे हैं कि देखिए इज्जत का सवाल होता है, जब सुनवाई नहीं होती कोई आदमी तो खड़ा होगा ना। आज़ाद देश में आज़ाद नागरिक जो वोट का अधिकार रखता है, जिसका आधार कार्ड बनाया है, वो इस देश का सिटीजन है, उसको न्याय की उम्मीद होती है। कहते जहाँ से न्याय नहीं मिला पुलिस से तो फिर कोर्ट का दरवाज़ा खटखटाना पड़ेगा। और देखिए आपको भी इतनी मेहनत करनी पड़ेगी। अगर आप थोड़ा सा कहते हैं हम दबंग हैं, जहाँ हम समाज में कोई अपना राइट लेना चाहते हैं, तो इन जैसी हालात होंगे आपकी। लेकिन लड़ाई लड़नी पड़ेगी आपको, समाज के लिए लड़नी पड़ेगी, लोगों को जागरूक करने के लिए लड़नी पड़ेगी। अगर पीछे हट जाते हैं तो फिर तो भाई ये डंडे वाले का जोर चलेगा, जहाँ पर आम आदमी की सुनवाई नहीं है। पुराने ਅਸੀਂ रहने हैं जी। दसो ਅਸੀਂ ਕਿਸੇ ਨੂੰ ਕਦੇ ਅੱਜ ਤੱਕ ਸਾਡੀ ਕੋਈ ਸ਼ਿਕਾਇਤ ਹੋਵੇ ਸਾਨੂੰ ਦੱਸੇ ਜੀ। ਸਾਡੀ ਕੋਈ ਕਦੇ ਮਹੱਲੇ 'ਚ ਅਸੀਂ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਹਰ ਬੰਦੇ ਦੀ ਇੱਜ਼ਤ ਕਰਦੇ ਹਾਂ, ਉੱਚੀ ਆਵਾਜ਼ 'ਚ ਅਸੀਂ ਗੱਲ ਨਹੀਂ ਕੀਤੀ। ਤੇ ਸਾਡੇ ਦਰਵਾਜ਼ੇ ਭੰਨ ਲਾ ਕੇ ਸਾਨੂੰ ਇਹ ਚੈਲੰਜ ਕਰ ਦੇਣ ਵੀ ਤੁਹਾਨੂੰ ਰਹਿ ਨਹੀਂ ਦੇਣਾ, ਤੁਹਾਡੀ ਪ੍ਰਾਪਰਟੀ ਬਕਾ ਦੇਣੀ ਹੈ, ਤੁਹਾਡੇ ਚੌਂਕ ਦਾ ਨਾਂ ਚੇਂਜ ਕਰ ਦੇਣਾ। ਇਦਾਂ ਦੀਆਂ ਥ੍ਰੈਟਸ ਦੇਖੋ ਅਸੀਂ ਕਿਹੜੇ ਜ਼ਮਾਨੇ 'ਚ ਬੈਠੇ ਹਾਂ। ਤੇ ਇਹ ਗੁੰਡਿਆਂ ਬਦਮਾਸ਼ਾਂ ਤੇ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਨਕੇਲ ਪਾਉਣੀ ਚਾਹੀਦੀ है। देखिए इनकी यानी सीनियर सिटीजन है, ये कहते हैं कि ये समाज के जो हालात बन चुके हैं इस पर प्रशासन को स्टिक एक्शन लेना चाहिए। और मैंने सिर्फ आपको इनसे यही मुलाकात कराने के लिए जहाँ पर इनके साथ बैठा हूँ कि इन्होंने भी पड़ोसी के साथ थोड़ा बहुत रोड़ा था तो कहाँ तक बढ़ते बढ़ते चला गया। और ये अकेले हैं और अकेले ही जाने के कानून का सहारा लेके लड़ाई लड़ रहे हैं। तब कब इनको जब न्याय मिलता है तो अब आगे समय बताएगा। लेकिन जो हमारे देश के हालात हैं, मसलमैन जो हैं, जो पावरफुल हैं, जब पॉलिटिशियन है उनकी की चलती है। और जो शरीफ आदमी है अगर वो सच्चाई पर खड़ा है तो उसको न्याय नहीं मिलेगा। मैं कहता हूँ धन्यवाद झंडू साहब, आपने आपको बताया थोड़ा सा भी मसलमैन की जहाँ पर सुनवाई है। लेकिन कानून का आपको न्याय देगा या नहीं देगा हम आने वाले समय में देखेंगे। ਅੱਜ ਦੇ ਟਾਈਮ ਦੇ ਵਿੱਚ ਸ਼ਰੀਫ ਆਦਮੀ ਨਾਲ ਜਿੰਨਾ ਮਰਜ਼ੀ ਧੱਕਾ ਹੋ ਜਾਵੇ ਉਹ ਆਰਾਮ ਨਾਲ ਹੀ ਬਹਿ ਜਾਂਦਾ ਵੀ ਚਲੋ ਛੱਡੋ। बस जस्टिस डिले जस्टिस डिनाई। और देखिए बस यही सुनवाई नहीं सुनवाई नहीं है सुनवाई कोई नहीं। बस धन्यवाद झंडू साहब, धन्यवाद। थैंक यू।